हेलो डियर स्टूडेंट्स, वेलकम टू ऑनलाइन क्लासेस। मैं सुखवंत सिंह। आप कर रहे हैं पंजाबी साहित्य। पंजाबी साहित्य ਦੇ ਵਿੱਚ ਆਪਾਂ ਇਸ ਤੋਂ ਪਹਿਲਾਂ 6 ਪਾਠ ਕਰ ਲਏ ਹਨ। ਹੁਣ ਕਰਨ ਜਾ ਰਹੇ ਹਾਂ ਆਪਾਂ 7ਵਾਂ ਪਾਠ, ਜਿਹੜਾ ਆਪਣਾ ਕਹਾਣੀ ਸੰਸਾਰ ਦਾ 6 ਪਾਠ ਪੂਰੇ ਹੋ ਗਏ। 7ਵਾਂ ਪਾਠ ਹੈ ਆਪਣਾ 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 ਹਿੱਸਾ। ਕਹਾਣੀਕਾਰ ਹਨ ਵਰਿਆਮ ਸਿੰਘ ਸੰਧੂ। ਕਹਾਣੀ ਆਪਣੀ ਆਪਣਾ ਆਪਣਾ ਹਿੱਸਾ। ਆਪਣੇ ਆਪਣੇ ਹਿੱਸੇ ਦੇ ਜਿਹੜੇ ਕਹਾਣੀਕਾਰ ਹਨ ਵਰਿਆਮ ਸਿੰਘ ਸੰਧੂ। ਪਹਿਲਾਂ ਆਪਾਂ ਗੱਲ ਕਰਾਂਗੇ ਮੁੱਖ ਪਾਤਰਾਂ ਦੀ। ਇਸ ਦੇ ਵਿੱਚ ਮੁੱਖ ਪਾਤਰ ਕਿਹੜੇ ਆ, ਫਿਰ ਜਦੋਂ ਮੈਂ ਸਾਰ ਪੜੂੰਗਾ ਤਾਂ ਤੁਹਾਨੂੰ ਫਿਰ ਸੌਖਾ ਹੋ ਜਾਊਗਾ ਵੀ ਇਹਦੇ ਵਿੱਚ ਕਿਹੜੇ ਕਿਹੜੇ ਪਾਤਰ ਹੈ ਜਾਂ ਇਹਨਾਂ ਦਾ ਕੀ ਰੋਲ ਹੈ। ਤਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਵਰਨ, ਠੀਕ ਹੈ ਜੀ, ਤੇ ਕਰਮ। ਇਹ ਦੋ ਭਰਾ ਹੈ। ਕਿਹਦੇ ਭਰਾ ਹੈ? ਜਿਹੜਾ ਇਸ ਪਾਠ ਦਾ ਮੁੱਖ ਪਾਤਰ ਹੈ ਕੁੱਦੂ। ਨਾਮ ਹੈ, ਆਪਾਂ ਕਲਪਨਾ ਹੀ ਕਰਨੀ ਹੈ, ਕੁੱਦੂ ਦੇ ਭਰਾ, ਠੀਕ ਹੈ ਜੀ। ਸਵਰਨ ਸਿੰਘ ਤੇ ਕਰਮ ਸਿੰਘ। ਸਵਰਨ ਸਿੰਘ ਤੇ ਕਰਮ ਸਿੰਘ ਇਹ ਕੁੱਦੂ ਜਿਹੜਾ ਇਸ ਪਾਠ ਦਾ ਆਪਣਾ ਆਪਣਾ ਹਿੱਸੇ ਦਾ ਮੁੱਖ ਪਾਤਰ ਹੈ, ਉਹਦੇ ਭਰਾ ਹੈ। ਤੇ ਬਿਸ਼ਨਾ, ਜੋ ਬਿਸ਼ਨਾ ਉਹ ਕੁੱਦੂ ਦਾ ਪਿਓ ਹੈ, ਭਾਵ ਉਹਦਾ ਪਿਤਾ ਹੈ। ਸਵਰਨ ਸਿੰਘ, ਕਰਮ ਸਿੰਘ ਤੇ ਕੁੱਦੂ ਇਹ ਤਿੰਨੇ ਭਰਾ ਹੈ। ਤੇ ਜਿਹੜਾ ਬਿਸ਼ਨਾ ਹੈ ਇਹਨਾਂ ਤਿੰਨਾਂ ਦਾ ਪਿਓ ਹੈ। ਇਹ ਤਿੰਨ ਭਰਾ ਤੇ ਇੱਕ ਇਹਨਾਂ ਦੇ ਭੈਣ ਹੈ, ਉਹਦਾ ਨਾਮ ਹੈ ਜੀ ਬਚਨੋ। ਬਚਨੋ ਇਹ ਇਹਨਾਂ ਤਿੰਨਾਂ, ਭਾਵ ਆਪਾਂ ਕੁੱਦੂ ਕਹਿ ਲੈਂਦੇ ਹਾਂ ਕਿਉਂਕਿ ਆਪਣਾ ਮੁੱਖ ਪਾਤਰ ਕੁੱਦੂ ਹੀ ਹੈ। ਕੁੱਦੂ ਦੀ ਭੈਣ ਹੈ ਤਾਂ ਸਾਰਿਆਂ ਦੀ ਭੈਣ ਹੀ ਹੋਗੀ ਨਾ, ਤਿੰਨਾਂ ਭਰਾਵਾਂ ਦੀ ਇਹਨਾਂ ਦੀ ਭੈਣ ਹੈ। ਤਾਂ ਇਹ ਆਪਣਾ ਜਿਹੜਾ ਪਾਠ ਹੈ ਕਹਾਣੀ ਸੰਸਾਰ ਦਾ 7ਵਾਂ ਆਪਣਾ ਆਪਣਾ ਹਿੱਸਾ, ਇਹ ਇਸ ਦੇ ਜਿਹੜੇ ਮੁੱਖ ਪਾਤਰ ਹੈ ਇਹਨਾਂ ਬਾਰੇ ਮੈਂ ਥੋੜਾ ਥੋੜਾ ਦੱਸ ਦੂੰਗਾ, ਫਿਰ ਤੁਹਾਨੂੰ ਕਹਾਣੀ ਉਨੀ ਵਧੀਆ ਸਮਝ ਆਊਗੀ, ਇੰਟਰਸਟਿੰਗ ਹੋ ਜਾਊਗੀ। ਸਵਰਨ ਸਿੰਘ, ਸਵਰਨ ਸਿੰਘ ਹੈ ਇੱਕ ਸਰਕਾਰੀ ਕਰਮਚਾਰੀ ਹੈ। ਇਹ ਓਵਰਸ਼ੀਅਰ ਲੱਗਿਆ ਹੋਇਆ ਹੈ, ਕਰਮਚਾਰੀ ਪਦ ਤੇ ਹੈ ਜਿਹਦਾ ਨਾਮ ਹੈ ਓਵਰਸ਼ੀਅਰ ਲੱਗਿਆ ਹੋਇਆ ਹੈ। ਕਰਮ ਸਿੰਘ ਇਹ ਇੱਕ ਬਲੈਕੀਆ ਹੈ, 2 ਨੰਬਰ ਦਾ ਕੰਮ ਕਰਦਾ ਹੈ, ਸਮਗਲਿੰਗ ਦਾ ਕੰਮ ਕਰਦਾ ਹੈ। ਤੇ ਜਿਹੜਾ ਕੁੱਦੂ ਹੈ ਇਹ ਇੱਕ ਕਿਸਾਨ ਹੈ, ਗਰੀਬ ਕਿਸਾਨ ਹੈ। ਇਹ ਨੌਕਰੀ ਲੱਗ ਗਿਆ, ਇਹ ਬਲੈਕ ਦਾ ਸਮਗਲਿੰਗ ਦਾ ਕੰਮ ਕਰਨ ਲੱਗ ਗਿਆ ਤਾਂ ਇਹਨਾਂ ਦੀ ਜਿਹੜੀ ਆਰਥਿਕ ਹਾਲਤ ਉਹ ਸੁਧਰ ਗਈ। ਪਰ ਇਹ ਜਿਹੜਾ ਕੁੱਦੂ ਹੈ ਇਹ ਵਿਚਾਰਾ ਖੇਤੀਬਾੜੀ ਕਰਦਾ ਹੈ, ਭਲਵਾਨੀ ਕਰਦਾ ਹੈ, ਇਹਦੀ ਜਿਹੜੀ ਆਰਥਿਕ ਹਾਲਤ ਹੈ ਉਹ ਬਹੁਤ ਹੀ ਕਮਜ਼ੋਰ ਹੈ। ਤਾਂ ਜਿਹੜਾ ਬਿਸ਼ਨਾ ਹੈ ਇਹ ਇਹਨਾਂ ਸਵਰਨ, ਕਰਮ, ਕੁੱਦੂ ਤੇ ਬਚਨੋ ਦਾ ਪਿਓ ਹੈ। ਬਚਨੋ ਇਹਨਾਂ ਤਿੰਨਾਂ ਦੀ ਭੈਣ ਹੈ। ਇਹ ਸੀ ਇਹਦੇ ਮੁੱਖ ਪਾਤਰ। ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਪਹਿਲਾਂ ਕਹਾਣੀ ਦਾ ਵਿਸ਼ਾ। ਜਿਹੜੀ ਇਹ ਕਹਾਣੀ ਹੈ, ਇਸ ਕਹਾਣੀ ਦੇ ਵਿੱਚ ਆਰਥਿਕ ਮਸਲਿਆਂ ਦੇ ਵਿੱਚ ਜਿਹੜੀ ਵਿਕਾਸ ਕਰਦੀ ਹੋਈ, ਆਰਥਿਕ ਜਿਹੜੇ ਮਸਲਿਆਂ 'ਚ ਇਹ ਕਹਾਣੀ ਆਪਣੇ ਵਿਕਸਿਤ ਰੂਪ ਤੇ ਜਾਂਦੀ ਹੋਈ, ਕੁਝ ਕੁ ਦੇ ਪੱਖ ਕੀ ਹੈ, ਰਿਸ਼ਤੇ ਦੇ ਵਿੱਚ ਕੜੱਤਣ ਤੇ ਤੋੜਨ ਦਾ ਯਤਨ ਹੋ ਰਿਹਾ ਹੈ। ਰਿਸ਼ਤਿਆਂ ਦੇ ਆਪਸੀ ਜਿਹੜੀ ਪ੍ਰੇਮ ਹੈ, ਪਿਆਰ ਹੈ, ਜਿਹੜਾ ਇਹਨਾਂ ਭਰਾਵਾਂ ਦਾ, ਭੈਣਾਂ ਦਾ ਆਪਸ ਦੇ ਵਿੱਚ ਜੋ ਰਿਸ਼ਤਾ ਹੈ, ਜੋ ਲਿੰਕ ਹੈ, ਉਹਨਾਂ 'ਚ ਕੜੱਤਣ ਆ ਰਹੀ ਹੈ, ਉਹ ਟੁੱਟ ਰਹੀ ਹੈ। ਦੂਜੀ ਗੱਲ, ਇਸ ਕਹਾਣੀ ਦੇ ਵਿੱਚ ਇੱਕ ਮੌਤ ਦੇ ਸਮੇਂ ਇਹ ਜਿਹਾ ਦ੍ਰਿਸ਼ ਪੈਦਾ ਹੋਇਆ ਹੈ ਕਿ ਜੋ ਆਪਾਂ ਨੂੰ ਦੇਖ ਕੇ ਜਿਹੜਾ ਮੌਤ ਦੇ ਵੀ ਇਹ ਇਹੋ ਜਿਹਾ ਇੱਕ ਵਿਅੰਗ ਕਰਦੀ ਹੈ, ਦੱਸਦੀ ਹੈ ਵੀ ਘਰ ਦੇ ਵਿੱਚ ਮੌਤ ਹੋਣ ਦੇ ਬਾਵਜੂਦ ਵੀ ਇਹਦੇ ਜਿਹੜੇ ਹਾਲਾਤ ਹੈ, ਇਹਦਾ ਜਿਹੜਾ ਪ੍ਰਭਾਵ ਹੈ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ। ਦੂਜੀ ਗੱਲ, ਸਵਰਨ ਤੇ ਕਰਮ ਸਿੰਘ ਇਹ ਦੋਨੇ ਅਮੀਰ ਹੈ। ਅਮੀਰ ਭਰਾ ਆਪਣੇ ਗਰੀਬ ਭਰਾ ਦਾ ਕੋਈ ਦਰਦ ਨਹੀਂ ਸਮਝਦੇ ਤੇ ਜਿਹੜੀ ਇਹਨਾਂ ਦੀ ਭੈਣ ਹੈ ਬਚਨੋ, ਉਹ ਵੀ ਅਮੀਰ ਭਰਾਵਾਂ ਦਾ ਹੀ ਪੱਖ ਲੈਂਦੀ ਹੈ, ਗਰੀਬ ਭਰਾ ਦਾ ਪੱਖ ਨਹੀਂ ਲੈਂਦੀ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਦਾ ਸਾਰ, ਧਿਆਨ ਨਾਲ ਸੁਣਨਾ ਹੈ। ਮੁੱਖ ਪਾਤਰ ਹੈ ਜੀ ਆਪਣਾ ਇਸ ਦਾ ਕੁੱਦੂ। ਕੁੱਦੂ ਪਸ਼ੂ ਨੂੰ ਬਾਹਰ ਕੱਢ ਕੇ, ਮੱਝ ਨੂੰ ਬਾਹਰ ਕੱਢ ਕੇ, ਤੂੜੀ ਰਲਾ ਕੇ ਧਾਰ ਕੱਢਣ ਲਈ ਬਾਲਟੀ ਲੈ ਕੇ ਆਉਣ ਵਾਸਤੇ ਆਵਾਜ਼ ਮਾਰਦਾ।
समझ गए होंगे कि ये जिमीदारा घर है जिहदे विच घरे पशु भी है, खेतीबाड़ी करता है। तो पहला मझ नूं पट्ठे नीरा चारा उसकी खुरनी च पा दिंदा है, फिर उसदे धार कड्ढण वास्ते दुੱਧ कड्ढण वास्ते मझ दा वो बाल्टी मंगाउंदा है। बाल्टी ਉਹਦੀ ਜਿਹੜੀ ਭੈਣ है बचनों लैके आउंदी है, खुदू नूं बाल्टी फड़ा के आप मझ दे मूहरे खड़ जाती है आटा धोड़न वास्ते। कास वास्ते? आटा धोड़न वास्ते। आटा धोड़न दा समझ गए भी कई बार पशु दुੱਧ नहीं दिंदा तो उसदी खुरनी दे विच आपां आटा धोड़दे रहने, आटा भुक के भी कह लो, धोड़ के भी कह लो, जिहदे नाल पशु लालच लग्या रहिंदा है ते आपां दुੱਧ कढ लैंदे आ। तां आटा धोड़न वास्ते वो अगे खड़ जाती है, तां उस नूं कहंदी है आटा धूड़ की गल करती है। हुण जिहड़ी बचनों सी, ये बचनों क्यों आपदे भरा कोल आई सी? इन्हां दी जिहड़ी माँ सी वो गुजर गई सी, मर गई सी। उस माँ के गुजरन करके वो अपने भरा कोल आई सी ते बचनों हुण जिन्ना चिर कट्ठ नहीं आउंदा उन्ने दिन उत्थे ही उन्ने रहना सी। तां उत्थे आपदे भरा कुद्दू दे घर रह रही सी ते कुद्दू नूं जदों कह रही है, जो मझ नूं आटा धोड़दी हुई कुद्दू नूं कह रही है कि अज तेरे वड्डे भरा आउणगे। हुण जिहड़े आ दोने है स्वर्ण सिंह ते करण सिंह, एक दोने तो वड्डे है ते कुद्दू सारियां तो छोटा है। तां वो कहंदे कि अज दोने तेरे वड्डे भरा आउणगे ते तू बैठ के उहनां नाल हिसाब किताब सारा मुका लई। हिसाब किताब काहदा भी जिहड़ा आपां इकट्ठ करना है उह ते की खर्च करना है, की कुछ किवें करना है, ये सारियां गल्लां तू मुका लई। तो जदों उस गल सुनता है तो उन्होंने ये गल सुन के गुस्सा आ जाता है, कुद्दू गुस्सा आ जाता है। तो गुस्से विच वो जो मझ की धार भाव दुੱਧ तो कढ़ रहा होंदा तो थन नूं वध नप दिंदा है, जोर से नप दिंदा है। तो जिहड़ी मझ है वो भमत्तर जाती है, भाव बुड़क के उछलती है, भाव बुड़कती है, उछलती है, भमत्तरदी है, कुछ ही कह लो। तो कुद्दू डिग पैंदा है, जो दुੱਧ वाली बाल्टी है बचाउंदियां बचाउंदियां दुੱਧ फिर भी थोड़ा बहुत ढुल जाता है। बचनों है वो बुड़ बुड़ करती अंदर चली जाती है। भाव भी जदों कहंदे भी मैं बचनों कहंदी मैं अपने भरा नूं समझाउंदी सी ते इहदी गल जची नहीं, तां वो बुड़ बुड़ करती अंदर चली जाती है। जदों वो अंदर चली जाती है तो कुद्दू देखदा है उसनूं सड़क तो मोटरसाइकिल की आवाज़ सुनाई देती है। तो वो एवें जाके पशुओं की खुरलियां दे विच हथ मारन लग जाता है। जो मोटरसाइकिल से सवार आ रहे होंदे है वो कुद्दू दे भरा स्वर्ण सिंह ते करण सिंह होंदे हैं। ये दोनों उहदे भरा मोटरसाइकिल ते, क्योंकि ये दोनों उहदे कोल नहीं रहिंदे, ये स्वर्ण सिंह शहर च रहिंदा है ते करण सिंह दूजे पिंड च रहिंदा है। जिहड़ा कुद्दू है ये अपने माँ प्यो कोल रहिंदा सी, इहदी माँ गुजर गई सी, प्यो इन्हां दा हजे बिछना वजाउंदा बैठा। मोटरसाइकिल उन्हां भरावां दा हुंदा है, उहदे भरा मोटरसाइकिल लैके घर आ जाते हैं। घर आके वो सीधे अपने प्यो बिछने कोल जाके बह जाते हैं। बिछना बिछना उन्हां दा प्यो है तो स्वर्ण सिंह पहला मंजे की पैंदा ते बह जाता है तो फिर कुर्सी की उड़ीक करता है, कुर्सी की झाक करता है। क्यों? क्योंकि वो एक अफसर लग्या मुलाजम है, वो एक हुण उहदे कोल पैसा सी, कोठियां च रहिंदा है, मतलब वो जिहड़े दो मुंडे है वो भी नौकरी लगे है, उसकी कुड़ी चंगे घर व्याही है, तो वो कोल पैसे का मान है। तो सो कहता है भी मैनू बैठने वास्ते कुर्सी लिया के दो। तो बिशना आवाज़ मारता है कुर्सी लैके आउण लई। कुर्सी आ जाती है, स्वर्ण सिंह कुर्सी ते बह जाता है, उधर करण सिंह बह जाता है। इन्ने नूं जो बैठ जाते हैं तो आपस दे विचों अपने प्यो नाल गल्लां बातां करते हैं। गल्लां बातां करते हुए दसदे है हुण जिहड़ा स्वर्ण सिंह है एक सरकारी अफसर लगे है, इन्हें शहर दे विच कोठी बनाई हुई है, ये चंगे लोगों के विच इहदी बहनी उठनी है, चंगे मुलाजम बंदियां चंगे पैसे वाले बंदियां बहंदा उठदा है। तो जिहड़ा करण सिंह है इन्हें भी चंगा अपना घर बार बनाया हुआ, चंगी कोठी बनाई हुई है। तो जिहड़ा कुद्दू है एक गरीब किसान है, जिमीदार है, तो भलवानी करता है, दो वक्त का मसा ही अपना जिहड़ा समा है जिहड़ा वक्त है गुजारता है। दूजे भरा ये दूजे भरावां नालों इहदी आर्थिक हालत तो बहुत माड़ी है,
कमज़ोर है, ते ये दोने भरा अमीर हैं। करम सिंह कुद्दू नूं आवाज़ मारदा है तो कुद्दू खुरनिया चों हथ मारदे नूं सददा है, तो कुद्दू अपना हथ अपने तेड़ बन्ने चादरे दे नाल पूंझदा होया, साफ करदा होया उन्हां कोल आके बह जांदा है। जदों आके बह जांदा है तां करम सिंह उहनूं दसदा है, उस नाल गल करदा है कि आपां मां दा इकट्ठ पूरा करना है, भाव मां ते इकट्ठ दे खर्च खुला करना है, नहीं तो आपां नूं रिश्तेदारां ने मिहणे मारने हैं, आपां नूं रिश्तेदारां ने मिहणे सुणाउणे हैं, तो इस वास्ते आपां नूं पूरा खर्च करना पऊगा। जिहड़ा स्वर्ण सिंह हुंदा है ये कंजूस हुंदा है, ये उस नूं फजूल खर्च दसदा है, किस नूं जिहड़ा मां दे भोग दा आपां जिहड़ा इकट्ठ करना सी वो इकट्ठ नूं फजूल खर्च दसदा है, कहंदा ये फजूल खर्च ही है, कोई फायदा नहीं। ते जिहड़ी बचनों है ये कहंदी है भी हाँ सही गल है भी आपां इकट्ठ करांगे, आपां पूरा इकट्ठ करना है, नहीं तो आपां नूं सरीके वालिआं ने मिहणे सुणाउणे हैं। ते जिहड़ा कुद्दू हुंदा है ਇਹਦੇ ਕੋਲ पैसे नहीं होंदे, ਇਹਦੀ स्थिति है जिहड़ी वो बहुत कमज़ोर हुंदी है, ਇਹਦੇ ਕੋਲ इन्नी गुंजाइश नहीं हुंदी कि उन्हां दे बराबर पैसे पा सके। फिर उस तो बाद जिहड़ा करम सिंह है ये मां उस तो कुद्दू नूं ते स्वर्ण सिंह नूं कहंदा है कि मां दी बीमारी ते 2700 रुपया खर्च आ गया सी। पहलां तां ਜਦੋਂ ਮਾਂ ਜਿਉਂਦੀ ਸੀ ਉਦੋਂ ਕੁੱਦੂ ਕੋਲ ਪਿੰਡ 'ਚ ਹੀ ਰਹਿੰਦੀ ਸੀ। ਮਾਂ ਬਿਮਾਰ ਹੋਣ ਤੋਂ ਬਾਅਦ ਉਹ ਕਰਮ ਸਿੰਘ ਹੈ ਉਹਨੂੰ ਸ਼ਹਿਰ ਲੈ ਗਿਆ ਵੀ ਆਪਾਂ ਦਵਾਈ ਦਵਾਵਾਂਗੇ, ਉੱਥੇ ਸੇਵਾ ਕਰਾਂਗੇ। ਦਵਾਈ ਦਵਾਉਣ 'ਤੇ ਕਰਮ ਸਿੰਘ ਗਣਾਉਂਦਾ ਹੈ ਕਿ ਕੁੱਲ ਖਰਚ ਆਪਣਾ 2700 ਹੋ ਗਿਆ। 2700 ਖਰਚ ਹੋਣ ਕਰਕੇ ਹੁਣ ਆਪਣੇ ਤਿੰਨਾਂ ਭਰਾਵਾਂ ਦੇ ਹਿੱਸਿਆਂ ਦੇ ਵਿੱਚ 900 ਰੁਪਇਆ ਆਊਗਾ। ਤਾਂ ਹੁਣ ਤਿੰਨਾਂ ਦੇ ਹਿੱਸੇ 'ਚ ਕਿੰਨਾ ਆਊਗਾ? 900 ਤਿੰਨਾਂ ਦੇ ਹਿੱਸੇ ਆਊਗਾ। ਇਹ ਗੱਲ ਸੁਣ ਕੇ ਕੁੱਦੂ ਨੂੰ ਧੱਕਾ ਜਿਹਾ ਲੱਗਦਾ ਹੈ। ਕਿਉਂ ਲੱਗਦਾ ਹੈ? ਕਿਉਂਕਿ ਉਹਦੇ ਭਰਾਵਾਂ ਨੂੰ ਪਤਾ ਹੈ ਵੀ ਕੁੱਦੂ ਦੀ ਹਾਲਤ ਕਿਹੋ ਜਿਹੀ ਹੈ, ਉਹ ਸਭ ਜਾਣਦੇ ਆ। ਉਹਨਾਂ ਦੇ ਸਭ ਜਾਣਨ ਦੇ ਬਾਵਜੂਦ ਵੀ, ਉਹਨਾਂ ਨੂੰ ਸਭ ਪਤਾ ਹੋਣ ਦੇ ਬਾਵਜੂਦ ਵੀ ਉਹ ਉਸ ਤੋਂ ਉਹਦੀ ਜਦੋਂ ਮਾਂ ਮਰ ਜਾਂਦੀ ਹੈ ਤਾਂ ਉਹਦੀ ਜਿਹੜੀ ਬਿਮਾਰੀ ਦਾ ਖਰਚਾ ਹੈ ਉਹ ਮੰਗਦੇ ਹੈ। ਤੇ ਉਹ ਜਾਣਦਾ ਹੈ ਵੀ ਮੇਰੇ ਕੋਲ ਇੰਨੀ ਗੁੰਜਾਇਸ਼ ਨਹੀਂ ਕਿ ਮੈਂ ਪੈਸੇ ਦੇ ਸਕਾਂ। ਤਾਂ ਉਹ ਝਟਕਾ ਲੱਗਦਾ ਹੈ ਤਾਂ ਉਹ ਉੱਥੋਂ ਖੜਾ ਹੋ ਜਾਂਦਾ ਹੈ। ਤੇ ਜਦੋਂ ਕਰਮ ਸਿੰਘ ਆਹ ਗੱਲ ਕਹਿੰਦਾ ਹੈ ਕਿ ਆਪਾਂ ਨੂੰ 900 ਰੁਪਇਆ ਦੇਣਾ ਪਊਗਾ, ਤੇ ਜਿਹੜਾ ਉਹਨਾਂ ਦਾ ਪਿਓ ਹੈ ਬਿਸ਼ਨਾ ਕਹਿੰਦਾ ਹੈ, ਬਿਸ਼ਨਾ ਉਹ ਗੱਲ ਨੂੰ ਟੋਕਦਾ ਇਹਨਾਂ ਦੀ ਗੱਲ ਨੂੰ ਵੀ ਤੁਸੀਂ ਦੇ ਦਿਓ ਵੀ ਇਹ ਗਰੀਬ ਹੈ, ਵੀ ਤੁਸੀਂ ਐਂ ਕਿਉਂ ਇਹਦੇ ਨਾਲ ਧੱਕਾ ਕਰਦੇ ਹੋ, ਫਿਰ ਕੀ ਹੋ ਗਿਆ ਵੀ ਜੇ ਤੁਸੀਂ ਆਪਦੀ ਮਾਂ ਤੇ ਪੈਸੇ ਲਾਤੇ, ਤੁਹਾਡੇ ਕੋਲ ਪੈਸੇ ਹੈਗੇ ਆ। ਜਦੋਂ ਆਹ ਗੱਲ ਬਿਸ਼ਨਾ ਸਮਝਾਉਂਦਾ ਹੈ ਤਾਂ ਬਚਨੋਂ ਆਪਣੇ ਪਿਓ ਨੂੰ ਟੋਕ ਦਿੰਦੀ ਹੈ, ਕਹਿੰਦੀ ਹੈ ਸਹੀ ਗੱਲ ਹੈ ਵੀ ਤੁਹਾਨੂੰ 3 ਹਿੱਸੇ ਕਰਨੇ ਚਾਹੀਦੇ ਆ ਮਾਂ ਦੇ ਬਿਮਾਰੀ ਤੇ ਜਿਹੜੇ ਪੈਸੇ ਖਰਚ ਹੋਏ ਆ। ਆਹ ਗੱਲ ਲੈ ਕੇ ਦੋਨਾਂ ਭੈਣ ਭਰਾਵਾਂ 'ਚ ਕੁੱਦੂ ਤੇ ਬਚਨੋਂ ਦੇ ਵਿੱਚ ਲੜਾਈ ਹੋ ਜਾਂਦੀ ਹੈ। ਦੋਨੇ ਬਹਿਸਣ ਲੱਗ ਜਾਂਦੇ ਹੈ, ਆਪਸ ਦੇ ਵਿੱਚ ਲੜਨ ਲੱਗ ਜਾਂਦੇ। ਤਾਂ ਕਰਮ ਸਿੰਘ ਉਹਨਾਂ ਦੋਨਾਂ ਨੂੰ ਚੁੱਪ ਕਰਾਉਂਦਾ ਹੈ, ਕਹਿੰਦਾ ਚੁੱਪ ਹੋ ਜਾਓ, ਛੱਡੋ, ਆਪਾਂ ਬਾਅਦ ਦੀ ਗੱਲ ਹੈ, ਇਹਨੂੰ ਆਪਾਂ ਬਾਅਦ ਕਰਾਂਗੇ। ਭਾਜੀ ਭਾਵ ਕਰਮ ਸਿੰਘ ਕੁੱਦੂ ਨੂੰ ਕਹਿੰਦਾ ਹੈ, ਭਾਜੀ ਉਂਝ ਤਾਂ ਤੁਹਾਡੇ ਕੋਲ ਕੋਈ ਟਾਈਮ ਨਹੀਂ, ਤੁਸੀਂ ਮੈਨੂੰ ਐਂ ਦੱਸੋ ਗੰਗਾ 'ਚ ਭਾਵ ਹਰਿਦੁਆਰ ਮਾਂ ਦੇ ਫੁੱਲ ਤੁਸੀਂ ਪਾ ਕੇ ਆਓਗੇ ਜਾਂ ਮੈਂ? ਜਿਹੜਾ ਕਰਮ ਸਿੰਘ ਹੈ ਸਿੱਧਾ ਸੰਬੋਧਨ ਕਰਦਾ ਹੈ ਕੁੱਦੂ ਨੂੰ ਵੀ ਜਿਹੜੇ ਮਾਂ ਦੇ ਫੁੱਲ ਹੈ ਇਹ ਤੁਸੀਂ ਪਾ ਕੇ ਆਓਗੇ ਜਾਂ ਮੈਂ ਪਾ ਕੇ ਆਵਾਂ? ਤਾਂ ਜਦੋਂ ਆਹ ਗੱਲ ਸੁਣਦਾ ਹੈ ਕੁੱਦੂ ਤਾਂ ਉਹਨੂੰ ਦੁੱਖ ਹੁੰਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਉਹਦੇ ਭਰਾਵਾਂ ਨੂੰ ਪਤਾ ਹੈ ਕਿ ਉਹਦੇ ਕੋਲੇ ਕੋਈ ਇੰਨਾ ਪੈਸਾ ਨਹੀਂ, ਕੋਈ ਕੁਛ ਨਹੀਂ, ਜੋ ਕਮਾਉਂਦਾ ਹੈ ਉਹਦੇ ਵਿੱਚੋਂ ਕੁਝ ਹਿੱਸਾ ਉਹਦੇ ਭਰਾ ਲੈ ਜਾਂਦੇ ਆ। ਲੋਕਾਂ ਨੂੰ ਤਾਂ ਉਹਦੇ ਭਰਾ ਕਹਿੰਦੇ ਆ ਵੀ ਅਸੀਂ ਇਹਨੂੰ ਜ਼ਮੀਨ ਫ੍ਰੀ 'ਚ ਦੇ ਰੱਖੀ, ਅਸੀਂ ਇਹ ਤੋਂ ਕੋਈ ਪੈਸੇ ਨਹੀਂ ਲੈਂਦੇ। ਪਰ ਉਹ ਜਦੋਂ ਜ਼ਮੀਨ ਦੀ ਫਸਲ ਆਉਂਦੀ ਹੈ, ਵਾਢੀਆਂ ਵੇਲੇ ਆ ਜਾਂਦੇ ਆ ਤੇ ਆਪਣਾ ਹਿੱਸਾ ਬਣਦੇ ਲੈ ਜਾਂਦੇ ਆ। ਤਾਂ ਐਤਕੀ ਤਾਂ ਜਿਹੜਾ ਕਰਮ ਸਿੰਘ ਸੀਗਾ
ਉਹ ਜ਼ਮੀਨ ਛਡਾਉਣ ਨੂੰ ਫਿਰਦਾ ਸੀਗਾ ਵੀ ਆਪਾਂ ਕੁੱਦੂ ਤੋਂ ਜ਼ਮੀਨ ਛਡਾ ਲਈਏ, ਮੈਂ ਇੱਥੋਂ ਵੇਚ ਦਿਆਂ, ਵੇਚ ਕੇ ਤੇ ਜਿੱਥੇ ਉਹ ਕਰਮ ਸਿੰਘ ਰਹਿੰਦਾ ਮੈਂ ਉੱਥੇ ਬਣਾ ਲਾ। ਇੰਨਿਆਂ ਸਾਰਿਆਂ ਹਾਲਾਤਾਂ ਦੇ ਬਾਵਜੂਦ ਵੀ ਉਹ ਕੁੱਦੂ ਨੂੰ ਕਹਿੰਦੇ ਆ ਵੀ ਤੂੰ ਦੱਸ ਕਿਵੇਂ ਕਰੇਗਾ। ਤਾਂ ਕੁੱਦੂ ਕਹਿੰਦਾ ਹੈ ਕਿ ਬੁੱਢੜੀ ਦੇ ਫੁੱਲ ਤੁਸੀਂ ਪਾਓ, ਬੁੱਢੜੇ ਦੇ ਫੁੱਲ ਮੈਂ ਆਪੇ ਪਾ ਆਵਾਂਗਾ। ਕੀ ਕਹਿੰਦਾ ਹੈ ਕਿ ਬੁੱਢੜੀ ਦੇ ਫੁੱਲ ਤੁਸੀਂ ਪਾ ਆਓ ਤੇ ਬੁੱਢੜੇ ਦੇ ਫੁੱਲ ਮੈਂ ਆਪੇ ਪਾ ਆਵਾਂਗਾ। ਇਹ ਗੱਲ ਸੁਣ ਕੇ ਫਿਰ ਉਹ ਕਹਿੰਦੇ ਵੀ ਜੇ ਤੁਹਾਨੂੰ ਇਹ ਨਹੀਂ ਗੱਲ ਚੰਗੀ ਲੱਗਦੀ ਤਾਂ ਤੁਸੀਂ ਇੰਝ ਕਰੋ, ਜਿਹੜੇ ਫੁੱਲ ਹੈ, ਫੁੱਲ ਭਾਵ ਸਮਝ ਰਹੇ ਹੋ, ਜਿਹੜੇ ਬੰਦਾ ਜਦੋਂ ਮਰ ਜਾਂਦਾ ਹੈ ਤਾਂ ਉਹਦੀਆਂ ਅਸਥੀਆਂ ਕੁਝ ਇਕੱਠੀਆਂ ਕਰਕੇ ਪਾਣੀ ਦੇ ਵਿੱਚ ਉਹਨੂੰ ਵਿਸਰਜਿਤ ਕਰਦੇ ਆ, ਪਾਣੀ ਦੇ ਵਿੱਚ ਵਹਾਉਂਦੇ ਆ। ਤਾਂ ਉਹ ਕਹਿੰਦੇ ਉਸ ਫੁੱਲ ਦੇ 3 ਹਿੱਸੇ ਕਰ ਲਓ, ਮੇਰਾ ਹਿੱਸਾ ਕਿੱਲੀ ਤੇ ਟੰਗ ਦਿਓ, ਜਦੋਂ ਮੇਰੀ ਗੁੰਜਾਇਸ਼ ਹੋਊਗੀ, ਜਦੋਂ ਮੇਰੇ ਕੋਲੇ 4 ਰੁਪਏ ਹੋਣਗੇ ਮੈਂ ਉਦੋਂ ਜਾ ਕੇ ਫੁੱਲ ਗੰਗਾ ਤਾਰ ਆਵਾਂਗਾ, ਤੁਸੀਂ ਉਹ ਫੁੱਲਾਂ ਦੇ 3 ਹਿੱਸੇ ਕਰ ਲਓ। ਆਹ ਗੱਲ ਸੁਣ ਕੇ ਸਵਰਨ ਸਿੰਘ, ਕਰਮ ਸਿੰਘ, ਤ੍ਰਿਸ਼ਨਾ ਸਿੰਘ ਤੇ ਬਚਨੋਂ ਇਹ ਸਾਰੇ ਉਹਦੇ ਮੂੰਹ ਵੱਲ ਵੇਂਦੇ ਦੇ ਵੇਂਦੇ ਰਹਿ ਜਾਂਦੇ ਆ। ਤਾਂ ਉਸ ਨੂੰ ਜਦੋਂ ਉਹ ਗੱਲ ਕਹਿੰਦਾ, ਆਹ ਗੱਲ ਕਹਿ ਕੇ ਉਹ ਅੰਦਰ ਚਲਿਆ ਜਾਂਦਾ ਹੈ, ਆਪਣੇ ਮੂੰਹ ਘੁੱਟ ਕੇ ਅੰਦਰ ਉੱਠ ਜਾਂਦਾ ਹੈ ਤੇ ਉਹ ਅੱਗੇ ਕੁਝ ਨਹੀਂ ਬੋਲਦਾ। ਤਾਂ ਇਸ ਕਹਾਣੀ ਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ ਕਿ ਅੱਜ ਕੱਲ੍ਹ ਪੈਸੇ ਅੱਗੇ ਸਭ ਰਿਸ਼ਤੇ ਫਿੱਕੇ ਪੈ ਗਏ ਹਨ। ਕੋਈ ਭੈਣ ਭਰਾ ਮਾਂ ਪਿਓ ਦੀ ਕਦਰ ਨਹੀਂ ਕਰਦਾ। ਮਨੁੱਖ ਰਿਸ਼ਤਿਆਂ ਦੇ ਵਿੱਚ ਰਿਸ਼ਤਿਆਂ ਨੂੰ ਭੁੱਲ ਕੇ ਪੈਸਿਆਂ ਦੇ ਪਿੱਛੇ ਭੱਜਦਾ ਹੈ। ਜਿਸ ਕੋਲ ਪੈਸਾ ਹੈ ਸਭ ਉਸ ਕੋਲ ਜਾਂਦੇ ਹੈ, ਜਿਸ ਕੋਲ ਪੈਸਾ ਨਹੀਂ ਉਸ ਦੀ ਕੋਈ ਸੰਭਾਲ ਨਹੀਂ ਕਰਦਾ। ਤੇ ਇਸ ਲਈ ਇਸ ਕਹਾਣੀਕਾਰ ਨੇ ਸਾਨੂੰ ਸਮਝਾਇਆ ਹੈ ਕਿ ਸਾਨੂੰ ਪੈਸਿਆਂ ਦੀ ਕਦਰ ਨਹੀਂ ਕਰਨੀ ਚਾਹੀਦੀ, ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ। ਸਾਨੂੰ ਪੈਸੇ ਤੋਂ ਵੱਧ ਕੇ ਸਾਡੇ ਰਿਸ਼ਤੇ, ਸਾਡਾ ਪਿਆਰ ਆਪਦੇ ਭੈਣ ਭਰਾ ਮਾਂ ਪਿਓ ਨਾਲ ਹੋਣਾ ਚਾਹੀਦਾ ਹੈ, ਉਹਨਾਂ ਨਾਲ ਲਗਾਵ ਹੋਣਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਇਸ ਪਾਠ ਦੇ ਵਿੱਚ ਦੇਖਿਆ ਕਿ ਕਿਵੇਂ 2 ਭਰਾ ਅਮੀਰ ਹੋਣ ਦੇ ਬਾਵਜੂਦ ਵੀ ਇੱਕ ਗਰੀਬ ਭਰਾ ਦੀ ਮਦਦ ਨਹੀਂ ਕਰਦੇ, ਉਸ ਤੋਂ ਪੈਸੇ ਲੈਣ ਦੀ ਉਮੀਦ ਰੱਖਦੇ ਹੈ, ਉਸ ਤੋਂ ਹੋਰ ਮੰਗ ਦੀ ਉਮੀਦ ਰੱਖਦੇ ਹੈ। ਜਦੋਂ ਉਹਨਾਂ ਦੀ ਮਾਂ ਬਿਮਾਰ ਹੋ ਜਾਂਦੀ ਹੈ, ਚਾਹੇ ਕਿੰਨਾ ਵੀ ਖਰਚ ਹੋਇਆ, ਉਹ ਜਦੋਂ ਆ ਕੇ ਉਹਨੂੰ ਕਹਿੰਦੇ ਹੈ ਕਿ 2700 ਰੁਪਇਆ ਲੱਗ ਗਿਆ, ਆਪਾਂ ਨੂੰ 900 ਰੁਪਇਆ ਆਊਗਾ, ਆਪਾਂ 900 ਰੁਪਇਆ ਦੇਣਾ, ਤਿੰਨਾਂ ਨੇ ਵੰਡ ਲਓ। ਤਾਂ ਇਹ ਕੁੱਦੂ ਦੀ ਇੰਨੀ ਗੁੰਜਾਇਸ਼ ਨਹੀਂ ਹੁੰਦੀ ਕਿ ਉਹ ਇੰਨਾ ਖਰਚ ਚੱਕ ਸਕੇ। ਤਾਂ ਇਸ ਪਾਠ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੇ ਪੈਸਾ ਜਿਹੜੇ ਆਪਣੇ ਰਿਸ਼ਤਿਆਂ ਦੇ ਵਿੱਚ ਕੀ ਪਾ ਰਿਹਾ ਹੈ, ਫਿੱਕ ਪਾ ਰਿਹਾ ਹੈ। ਅਮੀਰੀ ਤੇ ਗਰੀਬੀ ਦੇ ਕਾਰਨ ਜਿਹੜੇ ਰਿਸ਼ਤੇ ਹੈ ਉਹ ਤਿੜਕਦੇ ਜਾ ਰਹੇ ਹੈ। ਇਹ ਸੀ ਆਪਣਾ ਹਿੱਸਾ ਪਾਠ ਦਾ ਸਾਰ। ਇਹਦੇ ਆਪਾਂ ਮੁੱਖ ਪਾਤਰ ਦੇਖੇ। ਪਹਿਲਾ ਪਾਤਰ ਹੈ ਜਿਵੇਂ ਆਪਣਾ ਸਵਰਨ ਸਿੰਘ, ਕਰਮ ਸਿੰਘ ਤੇ ਇਹ ਤਿੰਨੋਂ ਭਰਾ ਹਨ ਕੁੱਦੂ। ਸਵਰਨ ਸਿੰਘ, ਕਰਮ ਸਿੰਘ ਤੇ ਕੁੱਦੂ। ਬਿਸ਼ਨਾ ਇਹਨਾਂ ਦਾ ਪਿਓ ਹੈ ਤੇ ਬਚਨੋਂ ਇਹਨਾਂ ਦੀ ਮਾਂ ਸੀ। ਹੁਣ ਆਪਾਂ ਗੱਲ ਕਰਾਂਗੇ ਪਹਿਲੇ ਪ੍ਰਸ਼ਨ ਦੀ। ਪਹਿਲਾ ਪ੍ਰਸ਼ਨ ਹੈ, ਮੱਝ ਦੀ ਧਾਰ ਕੱਢ ਰਹੇ ਕੁੱਦੂ ਨੂੰ ਬਚਨੋਂ ਕੀ ਮਸ਼ਵਰਾ ਦਿੰਦੀ ਹੈ? ਮੱਝ ਦੀ ਧਾਰ ਕੱਢ ਰਹੇ ਕੁੱਦੂ ਨੂੰ ਬਚਨੋਂ ਕੀ ਮਸ਼ਵਰਾ ਦਿੰਦੀ ਹੈ? ਪਹਿਲਾ ਪ੍ਰਸ਼ਨ ਹੈ, ਮੱਝ ਦੀ ਧਾਰ ਕੱਢ ਰਹੇ ਕੁੱਦੂ ਨੂੰ ਬਚਨੋਂ ਕੀ ਮਸ਼ਵਰਾ ਦਿੰਦੀ ਹੈ? ਮਸ਼ਵਰਾ ਭਾਵ ਸਲਾਹ ਕਹਿ ਲਓ, ਮਸ਼ਵਰਾ ਕਹਿ ਲਓ, ਸਲਾਹ ਕਹਿ ਲਓ। ਉਹ ਕੀ ਕਹਿੰਦੀ ਹੈ ਵੀ ਮੱਝ ਦੀ ਧਾਰ ਕੱਢ ਰਹੇ ਕੁੱਦੂ ਨੂੰ ਬਚਨੋਂ ਕੀ ਮਸ਼ਵਰਾ ਦਿੰਦੀ ਹੈ? ਤਾਂ ਉਹ ਕਹਿੰਦੀ ਹੈ ਜਦੋਂ ਮੱਝ ਦੀ ਧਾਰ ਕੱਢਣ ਵਾਸਤੇ ਅੱਗੇ ਆਟਾ ਧੁੜ ਰਹੀ ਹੁੰਦੀ ਹੈ
तो उद्दू नूं कहंदी है कि अज तेरे भरा आउणगे, तू उन्हां अपने भरावां नाल, अज तेरे वड्डे भरा आउणगे, तो अपने वड्डियां भरावां नाल बैठ के हिसाब किताब कर लई, आपां मां ते भी खर्च करना है। भाव वो कहता भी जो आप मां से भी खर्च लाने, जो अपना हिसाब किताब बने वो तू अपने वड्डे भरावां नाल बह के कर लें। ये सी छोटा जा प्रश्न अपना पहला, भी मझ की धार कढ़ रहे खुदू नूं बचनों की मशवरा दिंदी है। दूजा प्रश्न है, स्वर्ण सिंह की काम करता है ते उसकी आर्थिक हालत किहो जी है। स्वर्ण सिंह की काम करता है ते उसकी आर्थिक हालत किहो जी है। स्वर्ण सिंह ओवरशीयर लग्या हुआ है, एक सरकारी कर्मचारी है जो कि शहर के विच कोठी बना के रहिंदा है, जो कि अपने शहर के विच एक कोठी बना के उत्थे रहिंदा है। उहदे दो मुंडे हन, एक कुड़ी है, दोने मुंडे नौकरी लगे हुए हैं, ते कुड़ी चंगे घर विआही हुई है, उहदी बहनी उठनी चंगे तकड़े लोगों के विच है, वो चंगा एक अमीर इंसान है, चंगे लोगों के नाल उहदे लिंक है, एक सरकारी कर्मचारी है, उहदी आर्थिक हालत बहुत वधिया है, वो एक सरकारी कर्मचारी है, उन्हें मेहनत करके अपनी नौकरी लगी, तो वह जो परिवार है, वो बच्चे वो सारे की है अपने अपने काम से बहुत वधिया, भाव मुंडे नौकरी लगे है, तो जी उसकी कुड़ी है वो चंगे घर विआही हुई है। तीजा प्रश्न है, करम सिंह की पढ़ाई लिखाई किवें हुई सी ते उसदे घर लहर बहर किवें कीती। करम सिंह की पढ़ाई लिखाई किवें हुई ते उसने घर की किवें कीती। प्रश्न है, करम सिंह की पढ़ाई लिखाई किवें हुई सी ते उसने घर की लहर बहर किवें कीती। किवें कीती सी कि जिहड़ा करम सिंह सीगा, जदों उहनूं स्कूल पढ़न लई भेजिया जाता सी, तो वो अपने साथियों के नाल ही राह च लुक के बह जाता सी, स्कूल नहीं सी जाता, पढ़ाई दे विच उहदा कोई मन से नहीं सी, वो अपने मित्रों नाल दोस्तों नाल खेडन लग जाता। जदों छुट्टी का टाइम हुंदा तां बस्ता चुक के घर नूं आ जाता, उसने पढ़ाई विचाले ही छड्ड दित्ती सी, तां भाव उसने पढ़ाई विचाले छड्ड दित्ती सी। फिर वो जिहड़ा समगलिंग का काम करन लग गया, बाद उन्हें उस काम दे विच पत्ती पा ली, भाव अपना हिस्सा पा लिया। फिर नाल दे पिंड उसने चंगी आपदी कोठी बना के रहन लग पिया, उत्थे उन्हें एक पोल्ट्री फार्म खोलिया, पोल्ट्री फार्म खोल के ते नाले आपदा रोजगार चलाउण लग गया, ते नाले अपना घर बार वधिया बना लिया। उसने एक डेयरी ते एक पोल्ट्री फार्म दो खोले, ते नाल वो ब्लैक का काम करता सी, हौली हौली वो ब्लैक समगलिंग का काम भी करन लग पिया। उहदे नाल जिहड़ी उहदी आर्थिक हालत सी वो वधिया हो गई, उस सुधार हो गया। चौथा प्रश्न है, घुद्दू नूं अपने भरावां प्रति किहड़ियां किहड़ियां गल्लां करके खिज चढ़दी है। तां घुद्दू नूं
ਕੁੱਦੂ ਨੂੰ ਆਪਣੇ ਭਰਾਵਾਂ ਤੇ ਕਿਹੜੀਆਂ ਗੱਲਾਂ ਕਰਕੇ ਜਿਹੜੀ ਖਿਝ ਹੈ ਉਹ ਚੜ੍ਹਦੀ ਹੈ। ਕਿ ਕਿਹੜੀਆਂ ਗੱਲਾਂ ਕਰਕੇ ਜਿਹੜੇ ਕੁੱਦੂ ਨੂੰ ਖਿਝ ਚੜ੍ਹਦੀ ਹੈ। ਖਿਝ ਕਿਉਂ ਚੜ੍ਹਦੀ ਹੈ? ਕਿ ਕੁੱਦੂ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਸਭ ਜਾਣਦੇ ਸੀ, ਉਹਨਾਂ ਨੂੰ ਸਭ ਪਤਾ ਹੀ ਸੀ। ਹੁਣ ਕੁੱਦੂ ਕੋਲ ਬਹੁਤੀ ਜ਼ਮੀਨ ਨਹੀਂ ਸੀ, ਜੋ ਵੀ ਉਹਦੇ ਕੋਲ ਜ਼ਮੀਨ ਸੀ ਉਹਦੇ ਭਰਾ ਉਹਦੇ ਵਿੱਚੋਂ ਹਿੱਸਾ ਲੈ ਜਾਂਦੇ ਸਨ ਤੇ ਉੱਤੋਂ ਦੂਜਿਆਂ ਨੂੰ ਇਹ ਕਹਿੰਦੇ ਸਨ ਵੀ ਅਸੀਂ ਤਾਂ ਇਸ ਨੂੰ ਜ਼ਮੀਨ ਮੁਫਤ ਤੇ ਰੱਖੀ ਹੈ। ਵੀ ਲੋਕਾਂ ਮੂਹਰੇ ਤਾਂ ਕਹਿਣਾ ਵੀ ਅਸੀਂ ਇਸ ਤੋਂ ਪੈਸੇ ਨਹੀਂ ਲੈਂਦੇ, ਤਾਂ ਜਦੋਂ ਫਸਲ ਆ ਜਾਂਦੀ ਸੀ, ਫਸਲ ਆਉਣ ਸਾਰ ਕੁੱਦੂ ਕੋਲ ਪੈਸੇ ਲੈਣ ਆ ਜਾਂਦੇ ਸੀ। ਉਹਨਾਂ ਨੂੰ ਇੱਕ ਤਾਂ ਇਸ ਗੱਲ ਤੇ ਨੂੰ ਖਿੱਚ ਚੜ੍ਹਦੀ ਸੀ। ਦੂਜੀ ਗੱਲ, ਜਦੋਂ ਬਿਮਾਰ ਮਾਂ ਦਾ ਇਲਾਜ ਕਰਵਾਉਣ ਵਾਸਤੇ ਉਹ ਸ਼ਹਿਰ ਲੈ ਕੇ ਗਏ, ਉਹ ਤੇ 2700 ਰੁਪਏ ਦਾ ਖਰਚ ਹੋ ਗਿਆ। ਤੇ ਕੁੱਦੂ ਨੂੰ ਕਹਿੰਦੇ ਆ ਵੀ ਆਪਾਂ ਤਿੰਨਾਂ ਨੂੰ 900 ਰੁਪਇਆ ਆਊਗਾ, ਆਪਣੇ ਤਿੰਨਾਂ ਦੇ ਹਿੱਸੇ 900 ਰੁਪਇਆ ਦੇਣਾ ਪਊਗਾ। ਤਾਂ ਕੁੱਦੂ ਦੀ ਜਿਹੜੀ ਆਰਥਿਕ ਹਾਲਤ ਇੰਨੀ ਠੀਕ ਨਹੀਂ ਸੀ ਕਿ ਉਹ ਇੰਨੇ ਪੈਸੇ ਦੇ ਸਕਦਾ। ਫਿਰ ਜਿਹੜੀ ਉਹਦੀ ਆਪਣੇ ਉਸ ਤੋਂ ਬਾਅਦ ਜੋ ਖਰਚ ਹੈ ਤਾਂ ਉਹ ਦੋਨੇ ਕਰਮ ਸਿੰਘ ਉਹ ਤੇ ਖਰਚ ਕਰਨ ਨੂੰ ਖੁੱਲਾ ਖਰਚ ਕਰਨ ਨੂੰ ਕਹਿੰਦਾ ਹੈ, ਪਰ ਕੁੱਦੂ ਕੋਲ ਇੰਨੀ ਗੁੰਜਾਇਸ਼ ਨਹੀਂ, ਇੰਨੇ ਪੈਸੇ ਨਹੀਂ ਸੀ ਕਿ ਉਹ ਮਾਂ ਦੇ ਕੱਟ ਤੇ ਖੁੱਲਾ ਖਰਚ ਕਰ ਸਕੇ। ਇਹਨਾਂ ਸਾਰੀਆਂ ਗੱਲਾਂ ਦੇ ਕਰਕੇ ਜਿਹੜਾ ਕੁੱਦੂ ਨੂੰ ਆਪਣੇ ਭਰਾਵਾਂ ਤੇ ਗੁੱਸਾ ਆਉਂਦਾ ਹੈ। ਤੇ ਹੁਣ ਜਦੋਂ ਸਭ ਤੋਂ ਮੇਨ ਗੱਲ ਹੈ, ਮਾਂ ਦੀ ਬਿਮਾਰੀ ਤੇ ਜਦੋਂ ਪੈਸਾ ਮੰਗਦੇ ਤੁਹਾਨੂੰ ਇਸ ਚੀਜ਼ ਦਾ ਦੁੱਖ ਹੁੰਦਾ ਹੈ। ਮਾਂ ਤਾਂ ਸਾਰਿਆਂ ਦੀ ਸਾਂਝੀ ਸੀ, ਤੇ ਜੇ ਇਹ ਲਾ ਦੇਣਗੇ ਇਹਨਾਂ ਕੋਲ ਪੈਸਾ ਹੈ ਤਾਂ ਕੀ ਗੱਲ ਹੈ, ਕੋਈ ਘਾਟਾ ਨਹੀਂ ਪੈਂਦਾ। ਇਹਨਾਂ ਸਾਰੀਆਂ ਗੱਲਾਂ ਕਰਕੇ ਕੁੱਦੂ ਨੂੰ ਆਪਣੇ ਭਰਾਵਾਂ ਤੇ ਖਿੱਚ ਚੜ੍ਹਦੀ ਸੀ, ਗੁੱਸਾ ਆਉਂਦਾ ਸੀ। ਕਰਮ ਸਿੰਘ ਤੇ ਬਚਨੋਂ ਮਾਂ ਦਾ ਇਕੱਠ ਕਿਵੇਂ ਕਰਨਾ ਚਾਹੁੰਦੇ ਸਨ। ਪੰਜਵਾਂ ਹੈ, ਕਰਮ ਸਿੰਘ ਤੇ ਜਿਹੜੀ ਬਚਨੋਂ ਹੈ, ਮਾਂ ਦਾ ਜਿਹੜਾ ਇਕੱਠ ਕਿਵੇਂ ਕਰਨਾ ਚਾਹੁੰਦੇ ਸਨ। ਕਰਮਜੀਤ ਤੇ ਜਿਹੜੇ ਬਚਨੋਂ ਸੀ, ਇਹ ਮਾਂ ਦਾ ਇਕੱਠ ਪੂਰਾ ਗੱਜ ਵੱਜ ਕੇ ਕਰਨਾ ਚਾਹੁੰਦੇ ਸਨ। ਤਾਂ ਉਹ ਪੂਰਾ ਖੁੱਲਾ ਖਰਚਾ ਕਰਨਾ ਚਾਹੁੰਦੇ ਸਨ ਤਾਂ ਜੋ ਜਿਹੜੇ ਸ਼ਰੀਕ ਹੈ ਸਾਨੂੰ ਮਿਹਣੇ ਨਾ ਮਾਰਨ। ਵੀ ਉਹਨਾਂ ਦੀ ਸੋਚ ਸੀ ਵੀ ਜੇਕਰ ਆਪਾਂ ਇਕੱਠ ਨਾ ਕੀਤਾ ਤਾਂ ਆਪਣੇ ਜਿਹੜੇ ਸ਼ਰੀਕ ਹੈ ਉਹ ਆਪਣੇ ਤੇ ਮਿਹਣਾ ਮਾਰਨਗੇ, ਆਪਾਂ ਨੂੰ ਆਖਣਗੇ ਵੀ ਤੁਹਾਡੀ ਮਾਂ ਤੇ ਤੁਸੀਂ ਇਕੱਠ ਨਹੀਂ ਕੀਤਾ। ਤਾਂ ਉਹ ਇਹ ਗੱਲ ਸੋਚ ਕੇ ਉਹ ਮਾਂ ਦੀ ਇਕੱਠ ਤੇ ਗੱਜ ਵੱਜ ਕੇ ਇਕੱਠ ਕਰਨਾ ਚਾਹੁੰਦੇ ਸਨ। ਹੁਣ ਹੈ 6ਵਾਂ ਪ੍ਰਸ਼ਨ, ਕੁੱਦੂ ਗੁੱਸੇ ਵਿੱਚ ਆ ਕੇ ਫੁੱਲ ਪਾਉਣ ਬਾਰੇ ਕੀ ਫੈਸਲਾ ਸੁਣਾਉਂਦਾ ਹੈ। ਵੀ ਜਿਹੜਾ ਕੁੱਦੂ ਹੈ ਉਹ ਗੁੱਸੇ ਵਿੱਚ ਤੰਗ ਆ ਕੇ ਕੀ ਫੈਸਲਾ ਸੁਣਾਉਂਦਾ ਹੈ। ਕੁੱਦੂ ਗੁੱਸੇ ਵਿੱਚ ਆ ਕੇ ਕੀ ਫੈਸਲਾ ਸੁਣਾਉਂਦਾ ਹੈ। ਵੀ ਉਹਨਾਂ ਤੋਂ ਤੰਗ ਆ ਚੁੱਕਿਆ ਹੁੰਦਾ, ਉਹ ਗੁੱਸੇ ਵਿੱਚ ਤੰਗ ਆ ਕੇ ਉਹ ਜਿਹੜੇ ਫੁੱਲ ਪਾਉਣੇ ਆ, ਕੀ ਪਾਉਣੇ ਸੀ? ਫੁੱਲ। ਸਮਝ ਰਹੇ ਹੋ ਫੁੱਲ ਕਿਹਨਾਂ ਨੂੰ ਕਹਿ ਰਹੇ ਹੈ? ਵੀ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਸੰਸਕਾਰ ਤੋਂ ਬਾਅਦ ਉਹਦੇ ਕੁਝ ਆਪਾਂ ਜਿਹੜੀਆਂ ਅੰਗ ਹੁੰਦੇ ਹਨ, ਅਸਥੀਆਂ ਹੁੰਦੀਆਂ, ਉਹਨਾਂ ਨੂੰ ਇਕੱਠੇ ਕਰਕੇ ਇੱਕ ਭਾਂਡੇ 'ਚ ਪਾ ਕੇ ਵਿਸਰਜਿਤ ਕਰਦੇ ਹਾਂ ਜਲ ਦੇ ਵਿੱਚ, ਪਵਿੱਤਰ ਜਲ ਦੇ ਵਿੱਚ। ਗੰਗਾ 'ਚ, ਹਰਿਦੁਆਰ ਆਪਾਂ ਜਾਂਦੇ ਹਾਂ ਤਾਂ ਉਹਨੂੰ ਫੁੱਲ ਕਿਹਾ ਜਾਂਦਾ ਹੈ ਨਾ। ਤਾਂ ਉਹ ਫੁੱਲ ਹੈ ਜਿਹੜੇ, ਉਹ ਫੁੱਲਾਂ ਨੂੰ ਜਦੋਂ ਕੁੱਦੂ ਗੁੱਸੇ ਵਿੱਚ ਆ ਕੇ ਫੁੱਲ ਪਾਉਣ ਬਾਰੇ ਕੀ ਫੈਸਲਾ ਸੁਣਾਉਂਦਾ ਹੈ, ਤਾਂ ਉਹਨਾਂ ਨੂੰ ਫੈਸਲਾ ਇਹ ਸੁਣਾਉਂਦਾ ਹੈ, ਉਹਨਾਂ ਨੂੰ ਕਹਿੰਦਾ ਹੈ ਕਿ ਹੁਣ ਗੁੱਸਾ ਕਿਉਂ ਆਉਂਦਾ ਹੈ? ਵੀ ਜਦੋਂ ਉਹਦਾ ਭਰਾ ਕਰਮ ਸਿੰਘ ਹੈ ਉਹ ਕਹਿ ਦਿੰਦਾ ਹੈ ਕਿ
माँ बीमार सी 2700 रुपया लग्या, 900 पहला तो दिओ। फिर दूजी गल कहंदा है भी आपां माँ का जिहड़ा इकट्ठ है गज वज के करना है, खर्चा लावांगे। फिर वो कह दिंदे है भी हुण आपां फुੱਲ पाउण जाणे है, हुण मैनूं तूं ऐं दस फुੱਲ पाउण भाजी तुसीं तां बिजी हो, तुहाडे कोल तां टाइम नहीं गा, फुੱਲ हरिद्वार फुੱਲ तुसीं पाउण जाओगे या मैं जावां। ਤਾਂ ਉਹ ਜਦੋਂ ਆ ਗੱਲਾਂ ਸੁਣ ਕੇ ਉਹ ਤੰਗ ਆ ਚੁੱਕਿਆ ਹੁੰਦਾ ਹੈ, ਤਾਂ ਉਹ ਕਹਿੰਦਾ ਹੈ ਕਿ ਤੁਸੀਂ ਬੁੱਢੜੀ ਦੇ ਫੁੱਲ ਤੁਸੀਂ ਪਾਓ, ਬੁੱਢੜੇ ਦੇ ਫੁੱਲ ਮੈਂ ਆਪੇ ਪਾਵਾਂ। ਵੀ ਮਾਂ ਦੇ ਫੁੱਲ ਤੁਸੀਂ ਦੋਨੇ ਭਰਾ ਪਾਇਓ, ਤੇ ਜਦੋਂ ਪਿਓ ਦੇ ਫੁੱਲ ਪਾਉਣੇ ਹੋਏ ਉਦੋਂ ਮੈਂ ਪਾ ਆਵਾਂਗਾ। ਹਾਲਾਂਕਿ ਪਿਓ ਕੋਲੇ ਜਿਉਂਦਾ ਬੈਠਾ, ਪਰ ਉਹ ਇੰਨਾ ਦੁਖੀ, ਗੁੱਸੇ 'ਚ ਆ ਕੇ ਤੰਗ ਹੋ ਕੇ ਆਪਣੇ ਭਰਾਵਾਂ ਤੋਂ ਇਹ ਸ਼ਬਦ ਕਹਿੰਦਾ ਹੈ। ਫਿਰ ਕਹਿੰਦਾ ਹੈ ਕਿ ਜੇ ਤੁਹਾਡੇ ਇਹ ਗੱਲ ਨਹੀਂ ਜੱਚਦੀ, ਜੇ ਇਹ ਵਿਚਾਰ ਤੁਹਾਡੇ ਨਹੀਂ ਜੱਚਦੀ, ਤਾਂ ਤੁਸੀਂ ਫੁੱਲਾਂ ਦੇ 3 ਹਿੱਸੇ ਕਰ ਲਓ। 3 ਹਿੱਸਿਆਂ 'ਚੋਂ ਮੇਰਾ ਹਿੱਸਾ ਕਿੱਲੀ ਤੇ ਟੰਗ ਦਿਓ। ਜਦੋਂ ਮੇਰੇ ਕੋਲੇ ਪੈਸੇ ਆਉਣਗੇ, ਜਦੋਂ ਮੇਰੇ ਕੋਲੇ ਪੈਸੇ ਆਉਣਗੇ, ਮੈਂ ਉਦੋਂ ਫੁੱਲ ਤਾਰ ਆਵਾਂਗਾ, ਤੁਸੀਂ ਆਪਣਾ ਹਿੱਸਾ ਤਾਰੇ ਆਓ। ਆਹ ਗੱਲ ਕਰਕੇ ਉਹ ਆਹ ਗੱਲਾਂ ਗੁੱਸੇ 'ਚ ਆ ਕੇ ਉਹਨਾਂ ਨੂੰ ਕਹਿੰਦਾ ਹੈ, ਕਿਉਂਕਿ ਉਹ ਉਸ ਨੂੰ ਹਾਲਾਤ ਨੂੰ ਸਮਝਦੇ ਨਹੀਂ। ਉਹ ਹਾਲਾਤਾਂ ਨੂੰ ਨਾ ਸਮਝਦੇ ਹੋਏ ਫਿਰ ਵੀ, ਨਾ ਸਮਝ ਦੇ ਬਾਵਜੂਦ ਵੀ ਉਹਨੂੰ ਪੈਸਾ ਮੰਗਦੇ ਹੈ। ਉਹਨੂੰ ਕਹਿੰਦੇ ਵੀ ਤੂੰ ਕਿੰਨੇ ਕੁ ਪੈਸੇ ਦੇ ਸਕਦਾ। ਤਾਂ ਇਹ ਸੀ ਆਪਣਾ 6ਵਾਂ ਪ੍ਰਸ਼ਨ, ਕੁੱਦੂ ਗੁੱਸੇ ਵਿੱਚ ਤੰਗ ਆ ਕੇ ਫੁੱਲ ਪਾਉਣ ਬਾਰੇ ਕੀ ਫੈਸਲਾ ਸੁਣਾਉਂਦਾ ਹੈ। ਹੁਣ ਲਾਸਟ ਹੈ ਕਹਾਣੀ ਆਪਣਾ ਆਪਣਾ ਹਿੱਸਾ ਰਾਹੀਂ ਕਹਾਣੀਕਾਰ ਕੀ ਸੁਨੇਹਾ ਦਿੰਦਾ ਹੈ। ਕਹਾਣੀ ਆਪਣਾ ਹਿੱਸਾ ਰਾਹੀਂ ਕਹਾਣੀਕਾਰ ਕੀ ਸੁਨੇਹਾ ਦਿੰਦਾ ਹੈ। ਕੀ ਸੁਨੇਹਾ ਦਿੰਦਾ ਹੈ? ਕਹਾਣੀਕਾਰ ਆਪਣਾ ਆਪਣਾ ਹਿੱਸਾ ਕਹਾਣੀ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਅੱਜ ਕੱਲ੍ਹ ਪੈਸੇ ਅੱਗੇ ਸਭ ਰਿਸ਼ਤੇ ਫਿੱਕੇ ਪੈ ਗਏ। ਵੀ ਜਿੱਥੇ ਪੈਸਾ ਹੈ ਉੱਥੇ ਆਪਣੀ ਰਿਸ਼ਤੇਦਾਰੀ ਹੈ, ਜਿਹਦੇ ਕੋਲ ਪੈਸਾ ਨਹੀਂ ਉਹਨੂੰ ਕੋਈ ਕੁਛ ਨਹੀਂ ਬੁਲਾਉਂਦਾ, ਨਾ ਉਹਦੇ ਕੋਲ ਕੋਈ ਖੈਰ ਸੁੱਖ ਪੁੱਛਣ ਜਾਵੇ, ਨਾ ਉਹਦੇ ਕੋਲ ਜਾਵੇ, ਤਾਂ ਕੋਲ ਤਾਂ ਜਾਣ ਦੀ ਦੂਰ ਦੀ ਗੱਲ ਹੈ। ਅੱਜ ਕੱਲ੍ਹ ਪੈਸੇ ਅੱਗੇ ਸਾਰੇ ਰਿਸ਼ਤੇ ਫਿੱਕੇ ਪੈ ਗਏ ਹਨ। ਕੋਈ ਭੈਣ ਭਰਾ ਮਾਂ ਪਿਓ ਦੀ ਕਦਰ ਨਹੀਂ ਕਰਦਾ, ਚਾਹੇ ਉਹਦੇ ਜਿਹਦੇ ਕੋਲੇ ਪੈਸਾ ਹੈ ਉਹਦੇ ਕੋਈ ਭੈਣ ਭਰਾ ਗਰੀਬ ਹੈ, ਚਾਹੇ ਮਾਂ ਪਿਓ ਦੁਖੀ ਹੈ, ਮਾਂ ਪਿਓ ਨੂੰ ਦੁਖੀ ਹੋ ਕੇ ਔਖਾਂ ਦੇਖ ਕੇ ਉਹਨੂੰ ਪੜ੍ਹਾਇਆ, ਪਰ ਅੱਜ ਉਹ ਅਮੀਰ ਹੋ ਗਿਆ, ਕਿਸੇ ਦੀ ਕੋਈ ਕਦਰ ਨਹੀਂ ਕਰਦਾ, ਕਾਰਨ ਪੈਸੇ ਕਰਕੇ। ਮਨੁੱਖ ਰਿਸ਼ਤਿਆਂ ਨੂੰ ਪੈਸਿਆਂ ਦੇ ਨਾਲ ਤੋਲਦਾ ਹੈ। ਮਨੁੱਖ ਦੀ ਆਦਤ ਕੀ ਬਣ ਗਈ ਵੀ ਰਿਸ਼ਤੇ ਨੂੰ ਪੈਸਿਆਂ ਦੇ ਬਰਾਬਰ ਰੱਖ ਕੇ ਤੋਲਦਾ ਹੈ। ਜਿਸ ਕੋਲ ਪੈਸੇ ਹੁੰਦੇ ਹਨ ਉਸ ਦੀ ਕਦਰ ਹੁੰਦੀ ਹੈ। ਵੀ ਹੁਣ ਦੇਖ ਲਿਆ ਵੀ ਹਾਂ, ਜਿਵੇਂ ਕਿ ਬਚਨੋਂ ਹੈ, ਉਹ ਕੀ ਕਰਦੀ ਹੈ, ਕੁੱਦੂ ਦਾ ਪੱਖ ਨਹੀਂ ਲੈਂਦੀ। ਕਿਉਂ? ਕਿਉਂਕਿ ਉਹ ਗਰੀਬ ਹੈ। ਉਹ ਪੱਖ ਲੈਂਦੀ ਹੈ ਸਵਰਨ ਸਿੰਘ ਦਾ ਤੇ ਕਰਮ ਸਿੰਘ ਦਾ। ਕਿਉਂ? ਉਹ ਅਮੀਰ ਹੈ, ਉਹਨੂੰ ਪੈਸੇ ਦੇਣਗੇ, ਉਹਨੂੰ ਪੈਸੇ ਦਿੰਦੇ ਵੀ ਹੈ। ਤਾਂ ਇਹਨਾਂ ਗੱਲਾਂ ਕਰਕੇ ਜਿਹਦਾ ਪਲੜਾ ਭਾਰੀ ਹੁੰਦਾ ਹੈ, ਜਿਹਦੇ ਕੋਲ ਪੈਸੇ ਹੁੰਦੇ ਹਨ, ਉਸੇ ਦੀ ਕਦਰ ਹੁੰਦੀ ਹੈ। ਮਨੁੱਖ ਨੂੰ ਪੈਸੇ ਦੀ ਕਦਰ ਨਹੀਂ, ਪੈਸੇ ਨੂੰ ਅਹਿਮੀਅਤ ਨਹੀਂ ਦੇਣੀ ਚਾਹੀਦੀ, ਬਲਕਿ ਰਿਸ਼ਤਿਆਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ। ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ। ਪੈਸੇ ਦੀ ਕੋਈ ਗੱਲ ਨਹੀਂ, ਪੈਸਾ ਆਉਂਦਾ ਜਾਂਦਾ ਰਹਿੰਦਾ, ਪਰ ਜਿਹੜਾ ਰਿਸ਼ਤਾ ਇੱਕ ਵਾਰ ਟੁੱਟ ਜੇ ਉਹ ਮੁੜ ਕੇ ਨਹੀਂ ਜੁੜਦਾ। ਇਸ ਕਹਾਣੀ ਦੇ ਵਿੱਚ ਕਵੀ ਨੇ ਪੈਸੇ ਅੱਗੇ ਸਭ ਰਿਸ਼ਤੇ ਫਿੱਕੇ ਪੈਂਦੇ ਦਿਖਾਏ ਹਨ। ਇਹ ਸੀ ਇਸ ਪਾਠ ਦੇ ਆਪਣੇ ਪ੍ਰਸ਼ਨ। ਹੁਣ ਆਪਾਂ ਕਰਾਂਗੇ ਇਹਦੇ ਪਾਤਰ ਉਸਾਰੀ, ਜਿਹੜੇ ਆਪਣੇ ਮੁੱਖ ਪਾਤਰ ਸਨ। ਜਿਵੇਂ ਸਭ ਤੋਂ ਪਹਿਲਾਂ ਆਪਣਾ ਮੁੱਖ ਪਾਤਰ ਹੈ ਕੁੱਦੂ, ਫਿਰ ਕਰਾਂਗੇ ਸਵਰਨ ਸਿੰਘ, ਫਿਰ ਕਰਾਂਗੇ ਕਰਮ ਸਿੰਘ, ਪਹਿਲਾ ਹੈ
ਕੁੱਦੂ ਦੀ ਪੱਤਰ ਆਦਿ। ਕੁੱਦੂ ਆਪਣਾ ਆਪਣਾ ਹਿੱਸਾ ਕਹਾਣੀ ਦਾ ਮੁੱਖ ਪਾਤਰ ਹੈ। ਵਿਸ਼ਨੇ ਦੇ 4 ਜਵਾਕਾਂ ਦੇ ਵਿੱਚੋਂ ਸਾਰਿਆਂ ਨਾਲੋਂ ਛੋਟਾ ਕੌਣ ਹੈ? ਕੁੱਦੂ ਹੈ। ਕੁੱਦੂ ਦੀ ਆਰਥਿਕ ਹਾਲਤ ਹੈ ਉਹ ਬਹੁਤ ਹੀ ਕਮਜ਼ੋਰ ਹੈ। ਉਹਦੇ ਕੋਲ ਜ਼ਮੀਨ ਘੱਟ ਹੋਣ ਦੇ ਬਾਵਜੂਦ ਵੀ ਉਹਦਾ ਜਿਹੜੇ ਭਰਾ ਹੈ ਉਹਦੀ ਮਦਦ ਨਹੀਂ ਕਰਦੇ। ਪਹਿਲਾ ਬਿੰਦੂ ਹੈ ਪਾਤਰ ਉਸਾਰੀ ਦਾ ਇਹਦਾ ਤਾਕਤਵਰ। ਪਹਿਲਾ ਹੈ ਆਪਣਾ ਬਿੰਦੂ ਦਾ ਤਾਕਤਵਰ। ਕੁੱਦੂ ਭਲਵਾਨੀ ਖੇਡਣ ਦਾ ਉਹਨੂੰ ਸ਼ੌਂਕ ਸੀ, ਖੇਤੀਬਾੜੀ ਕਰਦਾ ਸੀ, ਭਲਵਾਨੀ ਖੇਡਣ ਦਾ ਉਹਦਾ ਚਾਅ ਸੀ। ਸਰੀਰਕ ਪੱਖੋਂ ਉਹ ਤਕੜਾ ਸੀ, ਤਾਂ ਉਹਦਾ ਜਿਹੜਾ ਸਰੀਰ ਕੀ ਹੈ? ਤਕੜਾ ਹੈ। ਉਹ ਖੇਤੀਬਾੜੀ ਕਰਦਾ ਹੈ, ਭਲਵਾਨੀ ਖੇਡਦਾ ਹੈ, ਇਹ ਉਸਦਾ ਸ਼ੌਂਕ ਹੈ। ਦੂਜਾ ਹੈ ਆਪਣਾ ਗੁੱਸੇਖੋਰ। ਗੁੱਸੇਖੋਰ ਗੁੱਸਾ ਕਦੋਂ ਆਉਂਦਾ ਹੈ? ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੇ ਜਿਹੜੇ ਭਰਾ ਹੈ, ਉਹਦੀ ਮਾਂ ਜਦੋਂ ਮਰ ਜਾਂਦੀ ਹੈ, ਉਹਦੀ ਬਿਮਾਰ ਹੋਣ ਤੇ ਉਹਦਾ ਹਿੱਸਾ ਵੰਡ ਲੈਂਦੇ ਹੈ ਵੀ 900 ਰੁਪਇਆ ਦੇ। ਫਿਰ ਉਹਦੀ ਆਰਥਿਕ ਹਾਲਤ ਨਹੀਂ ਸਮਝਦੇ, ਉਸ ਤੋਂ ਮਾਂ ਦੇ ਕੱਟ ਦੇ ਪੈਸੇ ਵੀ ਮੰਗਦੇ ਹੈ। ਇਸ ਤਰ੍ਹਾਂ ਕਈ ਗੱਲਾਂ ਕਰਕੇ ਫੁੱਲ ਪਾਉਣ ਵੇਲੇ ਵੀ ਉਹ ਤੋਂ ਗੁੱਸਾ ਆਉਂਦਾ ਹੈ। ਇਹਨਾਂ ਕਈਆਂ ਗੱਲਾਂ ਕਰਕੇ ਉਹਨੂੰ ਕੀ ਆਉਂਦਾ ਹੈ? ਗੁੱਸਾ ਆਉਂਦਾ ਹੈ। ਤੀਜਾ ਹੈ ਗਰੀਬ ਕਿਸਾਨ। ਹੁਣ ਜਿਹੜਾ ਕੁੱਦੂ ਹੈ ਉਹ ਕੀ ਹੈ? ਇੱਕ ਗਰੀਬ ਕਿਸਾਨ ਹੈ। ਕਾਰਨ ਵੀ ਉਹਨਾਂ ਕੋਲ ਜ਼ਿਆਦਾ ਕੋਈ ਜ਼ਮੀਨ ਨਹੀਂ ਸੀ, ਘੱਟ ਜ਼ਮੀਨ ਸੀ, ਪੜ੍ਹਿਆ ਲਿਖਿਆ ਹੈ ਨਹੀਂ ਸੀ, ਪੜ੍ਹਾਈ ਉਹਨੇ ਛੱਡਤੀ ਸੀ, ਖੇਤੀਬਾੜੀ ਵੀ ਫਸਲ ਵੀ ਚੰਗੀ ਨਹੀਂ ਹੁੰਦੀ ਸੀ। ਇਸ ਕਾਰਨ ਉਹਦੀ ਹਾਲਤ ਕੀ ਸੀ? ਖਰਾਬ ਸੀ। ਉਹਦੀ ਆਰਥਿਕ ਹਾਲਤ ਖਰਾਬ ਹੋਣ ਕਰਕੇ ਉਹ ਕੀ ਸੀ? ਗਰੀਬ ਸੀ। ਅਗਲਾ ਬਿੰਦੂ ਹੈ ਮਾਂ ਨਾਲ ਮੋਹ। ਮਾਂ ਨਾਲ ਮੋਹ ਸ਼ੁਰੂ ਤੋਂ ਹੀ ਜਿਹੜੀ ਕੁੱਦੂ ਦੀ ਮਾਂ ਸੀ ਉਸ ਨਾਲ ਰਹਿੰਦੀ ਸੀ, ਤਾਂ ਉਸ ਨਾਲ ਰਹਿਣ ਕਰਕੇ ਉਹਨੂੰ ਆਪਣੀ ਮਾਂ ਦੇ ਨਾਲ ਬਹੁਤ ਹੀ ਲਗਾਵ, ਬਹੁਤ ਹੀ ਚਾਅ ਹੋ ਗਿਆ ਸੀ। ਬਿਮਾਰ ਹੋਣ ਤੇ ਉਸ ਤੋਂ ਉਹਦਾ ਪੁੱਤਰ ਜਿਹੜਾ ਕਰਮ ਸਿੰਘ ਸੀ ਉਹ ਸ਼ਹਿਰ ਲੈ ਗਿਆ ਸੀ। ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ। ਤੇ ਪੰਜਵਾਂ ਹੈ ਅੱਕਿਆ। ਹੁਣ ਉਹ ਆਪਣੇ ਤਿੰਨਾਂ ਭੈਣ ਭਰਾਵਾਂ ਤੋਂ ਕੀ ਸੀ? ਅੱਕਿਆ ਹੋਇਆ ਸੀ, ਉਹਨਾਂ ਤੋਂ ਦੁਖੀ ਸੀ, ਕਿਉਂਕਿ ਉਹ ਉਹਦੀ ਕਦਰ ਨਹੀਂ ਕਰਦੇ ਸਨ। ਉਹਨਾਂ ਦੇ ਵਿੱਚ ਪੈਸੇ ਦਾ ਹੰਕਾਰ ਸੀ, ਮੈਲ ਸੀ। ਅਗਲਾ ਹੈ ਆਪਣਾ ਸਵਰਨ ਸਿੰਘ। ਫਿਰ ਹੈ ਕਰਮ ਸਿੰਘ। ਇਹਨਾਂ ਤੇ ਮੈਂ ਵੈਸੇ ਹੀ ਬੋਲ ਕੇ ਦੱਸ ਦਿੰਦਾ। ਹੁਣ ਸਵਰਨ ਸਿੰਘ ਕੀ ਨੌਕਰੀ? ਸਵਰਨ ਸਿੰਘ ਨੌਕਰੀ ਪੇਸ਼ੇ ਵਾਲਾ ਬੰਦਾ ਹੈ, ਨੌਕਰੀ ਲੱਗਿਆ ਹੋਇਆ, ਓਵਰਸੀਅਰ ਲੱਗਿਆ ਹੋਇਆ, ਚੰਗੇ ਲੋਕਾਂ ਦੇ ਵਿੱਚ ਬਹਿਣਾ ਉੱਠਣਾ ਹੈ, ਚੰਗੀ ਉਹਦੀ ਰਹਿਣੀ ਸਹਿਣੀ ਹੈ। ਫਿਰ ਦੂਜੀ ਗੱਲ, ਉਹਦਾ ਦੂਜਾ ਪੁਆਇੰਟ ਹੈ ਆਪਣੇ ਅਹੁਦੇ ਤੇ ਰੋਹਬ ਰੱਖਣ ਵਾਲਾ। ਨੌਕਰੀ ਲੱਗਿਆ ਹੋਣ ਕਰਕੇ ਉਹ ਆਪਣਾ ਅਹੁਦੇ ਦਾ ਮਾਣ ਰੱਖਦਾ ਹੈ, ਪ੍ਰਭਾਵ ਰੱਖਦਾ ਹੈ ਤੇ ਆਪਣਾ ਰੋਹਬ ਰੱਖਦਾ ਹੈ। ਫਾਲਤੂ ਖਰਚੇ ਤੋਂ ਖਿਸਕਣ ਵਾਲਾ, ਉਹ ਫਾਲਤੂ ਖਰਚਾ ਕਰਨ ਦੇ ਕੀ ਹੈ? ਵਿਰੁੱਧ ਹੈ, ਫਾਲਤੂ ਖਰਚਾ ਕਰਨਾ ਨਹੀਂ ਚਾਹੁੰਦਾ। ਤੇ ਲਾਸਟ ਆਪਣਾ ਕਰਮ ਸਿੰਘ। ਇਹ ਕੀ ਹੈ? ਇੱਕ ਤਾਂ ਬਲੈਕੀਆ ਹੈ ਤੇ ਦੂਜਾ ਕੀ ਹੈ? ਖੁੱਲ ਕੇ ਗੱਲ ਕਰਨ ਵਾਲਾ। ਇਹ ਸੀ ਆਪਣਾ ਹਿੱਸਾ ਵਰਿਆਮ ਸਿੰਘ ਸੰਧੂ ਦਾ 7ਵਾਂ ਪਾਠ, ਜੋ ਕਿ ਪੂਰਾ ਹੋ ਗਿਆ। ਇਹਨੂੰ ਤੁਸੀਂ ਧਿਆਨ ਨਾਲ ਸਮਝਿਆ। ਹੁਣ ਇਸ ਪਾਠ ਦੀ ਤੁਹਾਨੂੰ ਜਿਹੜੀ PDF ਹੈ ਮਿਲ ਜੂਗੀ, ਉਸ ਨੂੰ ਤੁਸੀਂ ਲਿਖਣਾ ਹੈ, ਤਿਆਰ ਕਰਨਾ ਹੈ। ਧੰਨਵਾਦ।